सत श्री अकाल जी, तुसीं डेली पोस्ट पंजाबी देख रहे हो। तो सरकार के खिलाफ कल्ले किसान ही नहीं बल्कि होर सैक्टर भी उठ खड़े हुए हैं। कारण कि सरकार जिहड़े फैसले कर रही आ वो कहते आम लोगों के हित दे विच नहीं जाते हुए दिखते। बैंक सैक्टर की असीं गल कर रहे हैं। हड़ताल के नाल बहुत वड्डा जिहड़ा कामकाज है उते असर पिया, पर कारण की आ? ਤੁਹਾਨੂੰ कोई नुकसान हैगा या इंपलाई सिर्फ अपना फायदा देख रहे हैं? ये गल तमाम अज करांगे। तो असीं चंडीगढ़ के बैंक स्क्वेयर खड़े हैं जिथे तमाम बैंक ने। आसे पासे नज़र मारोगे बैंक ही बैंक नज़र पैणगे, विच गूंजते हुए नारे दिखणगे। इंपलाई कहते हैं कि प्राइवेटाइजेशन जिहड़ी हो रही है, निजीकरण हो रहा बैंकों का, उहदे नाल वड्डा नुकसान आम पब्लिक सैक्टर नूं पैणा है। तो इत्थे दे नुमाइंदे तुसीं देखो कि नारे हत्थां दे विच फड़े ने। नैशनल ऑर्गेनाइजेशन ऑफ बैंक ऑफिसरस दी यह हैगी आ जिहड़ा कि यह तमाम बैरीयर के नीचे इकट्ठे हुए हैं। साफ तौर पे नारे ने कि बैंकों को लूटने वालों को ऋण वसूल करो और देश बचाओ। यानी कि जिहड़े लोग बैंक लुट के गए ने, कोई लैके पैसा फरार हो गया या फिर लोगों का पैसा इत्थे पिया, तो उन्होंने गिरफ्तार करो, ये मंग की जा रही है। क्योंकि ये कहते हैं कि प्राइवेटाइजेशन है जिहड़ी उहदे नाल सीधा फर्क पऊगा। सर जे गल की जाए जिहड़ी हड़ताल तुसीं 2 दिन की कीती आ, ਇਹਦੇ ਵਿੱਚ ਸਿੱਧੇ ਤੌਰ ਤੇ ਇਫੈਕਟ ਪਹਿਲਾਂ ਤਾਂ ਆਪਣਾ ਦੱਸ ਦਿਓ ਕਿ ਇਕੱਲਾ EMPLOYEES ਨੂੰ ਖਤਰਾ ਜਾਂ ਫਿਰ ਆਮ ਲੋਕ ਜਿਨ੍ਹਾਂ ਦਾ ਪੈਸਾ ਬੈਂਕਾਂ 'ਚ ਪਿਆ ਉਹਨਾਂ ਵਾਸਤੇ ਵੀ ਵੱਡੀ ਖਤਰਾ ਬਣਿਆ ਹੋਇਆ ਹੈ? देखो जी, सब तो ਵੱਡਾ ਜਿਹੜਾ ਖਤਰਾ ਹੈਗਾ ਉਹ ਤਾਂ ਪਬਲਿਕ ਵਾਸਤੇ ਹੀ ਹੈ। ਜਿੰਨੇ ਵੀ ਅੱਜ 10 ਲੱਖ ਤੋਂ ਜ਼ਿਆਦਾ ਜਿਹੜੇ ਲੋਕ ਇੱਥੇ ਨੌਕਰੀ ਕਰ ਰਹੇ ਨੇ ਉਹ ਬਹੁਤ ਸਾਰੇ ਰਿਟਾਇਰ ਹੋ ਜਾਣਗੇ। ਉਸ ਤੋਂ ਬਾਅਦ ਨੌਕਰੀਆਂ ਵੀ ਤੇ ਜਿਹੜੀ ਭਾਰਤੀ ਜਨਤਾ ਹੈਗੀ ਹੈ ਉਹਨਾਂ ਦੇ ਬੱਚਿਆਂ ਨੂੰ ਹੀ ਮਿਲਣੀਆਂ ਨੇ। ਜਿੱਥੇ ਤੱਕ ਤੁਸੀਂ ਇਹ ਕਿਹਾ ਹੈ ਕਿ ਲੋਕਾਂ ਦਾ ਪੈਸਾ ਸੇਵ ਰਹੇਗਾ ਕਿ ਨਹੀਂ ਰਹੇਗਾ, ਤੁਸੀਂ ਅਗਰ ਆਮ ਜਨਤਾ ਨੂੰ ਪੁੱਛੋ ਉਹਨਾਂ ਦਾ ਵਿਸ਼ਵਾਸ ਪਬਲਿਕ ਸੈਕਟਰ ਬੈਂਕਾਂ ਤੇ ਹੈ ਜਾਂ ਪ੍ਰਾਈਵੇਟ ਸੈਕਟਰ ਬੈਂਕਾਂ ਤੇ ਹੈ ਤੇ ਪਿਕਚਰ ਬਿਲਕੁਲ ਕਲੀਅਰ ਹੋ ਜਾਏਗੀ। ਅੱਜ ਦੇਸ਼ ਦਾ ਹਰ ਨਾਗਰਿਕ, ਖਾਸ ਕਰਕੇ ਗਰੀਬ ਬੰਦਾ, ਪਬਲਿਕ ਸੈਕਟਰ ਬੈਂਕਾਂ ਦੇ ਵਿੱਚ ਆਪਣਾ ਪੈਸਾ ਰੱਖਣਾ ਚਾਹੁੰਦਾ ਹੈ। ਪਬਲਿਕ ਸੈਕਟਰ ਬੈਂਕਾਂ ਨੇ ਹਰ ਜਗ੍ਹਾ ਤੇ ਆਪਣੀ ਪਹੁੰਚ ਬਣਾ ਲਈ ਹੈ। ਸਾਡਾ ਤਾਂ ਇਹ ਮੰਨਣਾ ਹੈ ਔਰ ਇਹ ਕਹਿਣਾ ਹੈ ਕਿ ਪਬਲਿਕ ਸੈਕਟਰ ਬੈਂਕ ਹਰ ਜਗ੍ਹਾ ਹੋਰ ਖੁੱਲ੍ਹਣੇ ਚਾਹੀਦੇ ਨੇ। ਹਜੇ ਵੀ ਭਾਰਤ ਦੇ ਵਿੱਚ ਬਹੁਤ ਸਾਰੇ ਅਨਬੈਂਕਡ ਏਰੀਆਜ਼ ਨੇ, ਹਜੇ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਬੈਂਕਿੰਗ ਦੀਆਂ ਸੁਵਿਧਾਵਾਂ ਤੋਂ ਮੁਹੱਈਆ ਉਹਨਾਂ ਕੋਲੇ ਨਹੀਂ ਹੈਗੀਆਂ ਨੇ। ਉੱਥੇ ਵੀ ਬੈਂਕਾਂ ਦੀਆਂ ਬ੍ਰਾਂਚਾਂ ਖੁੱਲ੍ਹਣੀਆਂ ਚਾਹੀਦੀਆਂ ਨੇ ਤਾਂ ਕਿ ਜਿਹੜੀ ਬੈਂਕਿੰਗ ਦੀ ਸੁਵਿਧਾ ਨੇ ਉਹ ਸਾਰੇ ਲੋਕ ਉਹਦਾ ਲਾਭ ਉਠਾ ਸਕਣ, ਸਾਰਿਆਂ ਦਾ ਜੀਵਨ ਸਤਰ ਜਿਹੜਾ ਹੈ ਉਹ ਉੱਚਾ ਉੱਠ ਸਕੇ। ਇਸ ਲਈ ਜਿਹੜਾ ਸਭ ਤੋਂ ਵੱਡਾ ਖਤਰਾ ਹੈ ਉਹ ਇੱਥੇ ਦੀ ਪਬਲਿਕ ਨੂੰ ਹੀ ਹੈ। बैंक इंपलाइज ਜਿਹੜਾ ਪੈਸਾ ਅੱਜ ਬੈਂਕ 'ਚ ਸੇਵ ਪਿਆ, ਆਮ ਤੌਰ ਤੇ ਆਪਾਂ ਸੁਣਦੇ ਆ ਕਿ ਤੁਸੀਂ ਹੋ ਐਸੀ ਹੋ ਜਾਂ ਆਮ ਲੋਕ ਨੇ, ਉਹ ਇਹ ਗੱਲ ਕਹਿੰਦੇ ਨੇ ਕਿ ਠੀਕ ਹੈ ਪ੍ਰਾਈਵੇਟ ਸੈਕਟਰ ਫੈਸਿਲਿਟੀਆਂ ਤਾਂ ਬਹੁਤ ਤਰ੍ਹਾਂ ਦੀਆਂ ਦੇ ਦਿੰਦਾ, ਵਿਆਜ ਵੀ ਹੋ ਸਕਦਾ 1% ਕਿਤੇ ਜ਼ਿਆਦਾ ਹੋਵੇ, ਪਰ ਲੋਕ ਅੱਜ ਵੀ ਵਿਸ਼ਵਾਸ ਕਰਦੇ ਨੇ ਕਿ ਸਰਕਾਰੀ ਤਬਕੇ ਤੇ ਸਰਕਾਰੀ ਇਸ ਕਰਕੇ ਕਿ ਉਹਨਾਂ ਨੂੰ ਲੱਗਦਾ ਸਾਡਾ ਪੈਸਾ ਸੇਵ ਪਿਆ, ਕਿਤੇ ਨਹੀਂ ਜਾਣਾ, ਜੇ ਕੱਲ੍ਹ ਨੂੰ ਬੈਂਕ ਨੂੰ ਕੋਈ ਨੁਕਸਾਨ ਹੁੰਦਾ ਸਰਕਾਰ ਦੇ ਦੂ। ਇਹ ਗੱਲਾਂ ਰਹਿ ਜਾਣਗੀਆਂ ਜਾਂ ਖਤਮ ਹੋ ਜਾਣਗੀਆਂ ਜੇਕਰ ਇਹ ਪ੍ਰਾਈਵੇਟੇਸ਼ਨ ਹੁੰਦੀ? ਦੇਖੋ ਜੀ, ਇਹ ਗੱਲਾਂ ਖਤਮ ਹੋ ਜਾਣਗੀਆਂ। ਰੀਸੈਂਟਲੀ ਤੁਸੀਂ ਦੇਖਿਆ ਹੋਣਾ ਕਿ ਪੰਜਾਬ ਐਂਡ ਮਹਾਰਾਸ਼ਟਰਾ ਬੈਂਕ ਦੇ ਵਿੱਚ ਕੀ ਹੋਇਆ। ਉਹਦਾ ਹੈੱਡ ਆਫਿਸ ਮੁੰਬਈ ਹੈ। ਜਦੋਂ ਉੱਥੇ ਲੋਕਾਂ ਦੇ ਪੈਸੇ ਡੁੱਬ ਗਏ ਤਾਂ ਕਿੰਨੇ ਸਾਰੇ ਲੋਕਾਂ ਨੇ ਉੱਥੇ ਸੁਸਾਈਡ ਕੀਤਾ। ਉਸ ਤੋਂ ਬਾਅਦ ਤੁਸੀਂ ਰੀਸੈਂਟ ਪਾਸ ਦੇ ਵਿੱਚ ਦੇਖਿਆ ਕਿ ICICI ਬੈਂਕ ਦੇ ਵਿੱਚ ਕੀ ਹੋਇਆ। ਉੱਥੇ ਦੀ ਜਿਹੜਾ ਫਰਾਡ ਹੋਇਆ, ਉੱਥੇ ਦੀ ਚੇਅਰਮੈਨ ਉਹਦੇ ਵਿੱਚ ਇਨਵੋਲਵ ਸੀ। ਉਹਨੇ ਆਪਣੇ ਹਸਬੈਂਡ ਨੂੰ ਫਾਇਦਾ ਦੇਣ ਦੇ ਵਾਸਤੇ ਪ੍ਰਾਈਵੇਟ ਘਰਾਣਿਆਂ ਨਾਲ ਮਿਲ ਕੇ ਬੈਂਕ ਦੇ ਨਾਲ ਫਰਾਡ ਕੀਤਾ। ਉਸ ਤੋਂ ਬਾਅਦ ਐਕਸਿਸ ਬੈਂਕ ਦੇ ਵਿੱਚ ਕੀ ਹੋਇਆ। ਉਸ ਤੋਂ ਬਾਅਦ ਯੈਸ ਬੈਂਕ ਦੇ ਵਿੱਚ ਕੀ ਹੋਇਆ। ਯੈਸ ਬੈਂਕ ਨੂੰ ਬਚਾਉਣ ਲਈ ਸਰਕਾਰੀ ਬੈਂਕਾਂ ਦੇ ਬੰਦਿਆਂ ਨੂੰ ਉੱਥੇ ਭੇਜਣਾ ਪਿਆ ਤਾਂ ਯੈਸ ਬੈਂਕ ਜਿਹੜਾ ਹੈਗਾ ਉਹ ਬਚਿਆ। ਇਸ ਲਈ ਇਹ ਬਹੁਤ ਜ਼ਰੂਰੀ ਹੈ ਕਿ ਪਬਲਿਕ ਸੈਕਟਰ ਬੈਂਕ ਜਿਹੜੇ ਕਿ ਇਸ ਦੇਸ਼ ਦੀ ਰੀੜ੍ਹ ਦੀ ਹੱਡੀ ਨੇ ਉਹ ਰਹਿਣੇ ਚਾਹੀਦੇ ਨੇ। ਜਿਹੜਾ ਸਰਕਾਰ ਕਿਉਂ ਇਹ ਫੈਸਲੇ ਕਰ ਰਹੀ ਹੈ ਜਦ ਲੋਕਾਂ ਵਾਸਤੇ ਨਹੀਂ ਫੈਸਲੇ ਲੱਗ ਰਹੇ? ਸਰਕਾਰ ਇਹ ਫੈਸਲੇ ਚੰਦ ਘਰਾਣਿਆਂ ਨੂੰ ਖੁਸ਼ ਕਰਨ ਲਈ ਕਰ ਰਹੀ ਹੈ। ਤੁਸੀਂ ਦੇਖਿਆ ਹੋਣਾ ਕਿ ਪਬਲਿਕ ਸੈਕਟਰ ਬੈਂਕ ਕਿੱਡੇ ਵੱਡੇ ਨੇ, ਇਹਨਾਂ ਨੂੰ ਆਮ ਲੋਕ ਤਾਂ ਖਰੀਦ ਨਹੀਂ ਸਕਦੇ। ਉਹ ਕੌਣ ਖਰੀਦੇਗਾ? ਵੱਡੇ ਕਾਰਪੋਰੇਟ ਘਰਾਣੇ। ਔਰ ਜੇ ਅੱਜ ਕੁਝ ਛੋਟੇ ਪਬਲਿਕ ਸੈਕਟਰ ਬੈਂਕ ਨੁਕਸਾਨ ਦੇ ਵਿੱਚ ਨੇ ਤੇ ਉਹਨਾਂ ਪਬਲਿਕ ਦੇ ਘਰਾਣਿਆਂ ਦੇ ਬਿਗ ਕਾਰਪੋਰੇਟਸ ਦੇ ਨੁਕਸਾਨ ਦੇ ਕਾਰਨ ਹੀ ਜਿਹੜਾ ਉਹਨਾਂ ਨੇ NPA ਕੀਤਾ ਹੈਗਾ ਉਹਦੇ ਕਰਕੇ ਹੀ ਉਹ ਬੈਂਕ ਨੁਕਸਾਨ ਦੇ ਵਿੱਚ ਨੇ। ਇਸ ਲਈ ਕੱਲ੍ਹ ਨੂੰ ਕੀ ਹੋਏਗਾ ਕਿ ਜਿਹੜੇ ਬੈਂਕ NPA ਕਰਕੇ ਡੁੱਬ ਰਹੇ ਨੇ ਉਹਨਾਂ ਨੂੰ ਉਹੀ ਘਰਾਣੇ ਖਰੀਦਣਗੇ ਜਿਨ੍ਹਾਂ ਦੇ ਕਰਕੇ ਉਹ ਬੈਂਕ ਡੁੱਬੇ ਨੇ। ਬੈਨਰ ਲਿਖਿਆ ਹੋਇਆ ਫੜਿਆ ਹੋਇਆ ਸੀ ਮੁੰਡੇ ਨੇ ਹੱਥ 'ਚ ਕਿ ਦੂਜਿਆਂ ਨੂੰ ਜਿਹੜੇ ਪੈਸੇ ਦੇਣ ਵਾਲੇ ਨੇ ਉਹਨਾਂ ਨੂੰ ਗ੍ਰਿਫਤਾਰ ਕਰੋ ਤੇ ਇਹਨੂੰ ਸੈਕਟਰ ਨੂੰ ਤੁਸੀਂ ਬਚਾਓ। ਉਹ ਤੋਂ ਕੀ ਭਾਵ ਹੈ ਕਿ ਜਿਹੜੇ ਲੋਕ ਪੈਸੇ ਲੈ ਕੇ ਭੱਜ ਗਏ ਉਸ ਚੀਜ਼ ਦਾ? ਨਹੀਂ, ਬਿਲਕੁਲ ਠੀਕ ਗੱਲ ਹੈ। ਜਿਹੜੇ ਲੋਕ ਭੱਜ ਗਏ ਨੇ ਕਾਨੂੰਨ ਨੂੰ ਬਿਲਕੁਲ ਲਾਗੂ ਕੀਤਾ ਜਾਣਾ ਚਾਹੀਦਾ। ਜਿਹੜੇ ਵੀ ਡਿਫਾਲਟਰ ਨੇ, ਜਿਹੜੇ ਵੀ NPA ਨੇ, ਜਿਹੜੇ ਬੈਂਕਾਂ ਤੋਂ ਪੈਸੇ ਲੈ ਕੇ ਬੈਂਕਾਂ ਦਾ ਪੈਸਾ ਨਹੀਂ ਮੋੜ ਰਹੇ ਨੇ, ਦੇ ਸ਼ੁੱਡ ਬੀ ਪੁੱਟ ਬਿਹਾਈਂਡ ਦਾ ਬਾਰਸ। ਉਹਨਾਂ ਨੂੰ ਉਹ ਕ੍ਰਿਮੀਨਲ ਆਫੈਂਸ ਬਣਾਉਣਾ ਚਾਹੀਦਾ ਤਾਂ ਕਿ ਬੈਂਕਾਂ ਦੇ ਪੈਸੇ ਜਿਹੜੇ ਨੇ ਉਹ ਨਾ ਡੁੱਬਣ ਔਰ ਇਹ ਜਿਹੜੇ ਬੈਂਕ ਨੇ ਇੱਦਾਂ ਹੀ ਲੋਕਾਂ ਦੀ ਸੇਵਾ ਕਰਦੇ ਰਹਿਣ।
ਦੇਖੋ ਕਿ ਆਖਰ ਜੇ ਕਹੀਏ ਕਿ ਇਹ ਜਿਹੜਾ ਪੂਰਾ ਇੱਕ ਮਜਮਾ ਲੱਗਿਆ ਸਰਕਾਰ ਦੇ ਖਿਲਾਫ, ਤਾਂ ਉਹਦੇ ਵਿੱਚ ਵੱਡਾ ਕਾਰਨ ਇਹੀ ਆ ਕਿ ਜਿਹੜਾ ਜਦੋਂ ਸਰਕਾਰੀ ਬੈਂਕ ਖਤਮ ਹੋ ਜਾਣਗੇ ਤੁਸੀਂ ਯਕੀਨ ਕਿਤੇ ਕਰੋਗੇ, ਕਿਉਂਕਿ ਅੱਜ ਤੱਕ ਹੁੰਦਾ ਇਹ ਆਇਆ ਕਿ ਸਰਕਾਰੀ ਬੈਂਕਾਂ ਤੇ ਅੱਜ ਵੀ ਲੋਕਾਂ ਦਾ ਭਰੋਸਾ, ਸਰਕਾਰੀ ਇਕੱਲੇ ਬੈਂਕ ਹੀ ਨਹੀਂ ਬਲਕਿ ਉਹ ਸੰਸਥਾਵਾਂ ਤੇ ਲੋਕਾਂ ਦਾ ਭਰੋਸਾ ਰਹਿੰਦਾ ਕਿ ਅਸੀਂ ਜਦੋਂ ਕਿਤੇ ਪੈਸਾ ਰੱਖਣ ਜਾਣਾ ਤਾਂ ਪੈਸਾ ਸਾਡਾ ਸੁਰੱਖਿਅਤ ਕਿਵੇਂ ਹੋਊਗਾ, ਕਿਉਂਕਿ ਬੈਂਕ EMPLOYEES ਨੇ ਜਿਹੜੇ ਉਹ ਸਿੱਧੇ ਤੌਰ ਤੇ ਇਹ ਗੱਲ ਕਹਿੰਦੇ ਨੇ ਕਿ ਜਦੋਂ ਇਸ ਤਰ੍ਹਾਂ ਦੇ ਫੈਸਲੇ ਸਰਕਾਰ ਲੈ ਲੇਗੀ ਤਾਂ ਬਾਰੀ-ਬਾਰੀ ਇਸ ਤਰ੍ਹਾਂ ਦਾ ਪੋਸਟਰ ਧਿਆਨ ਚ ਆਉਂਦਾ। ਇਹਦਾ ਸਿੱਧਾ ਜਿਹਾ ਮਤਲਬ ਹੈ ਕੀ ਹੈ ਜੇ ਆਪਾਂ ਕਹੀਏ ਆਮ ਬੰਦੇ ਨੇ ਸਮਝਣਾ? सर इसका मतलब ये है कि जितने भी बैंक के डिफॉल्टर्स हैं उसके लिए गवर्नमेंट को स्ट्रिक्ट लॉज बनाने चाहिए ताकि बैंक की रिकवरी और आसान हो सके। बैंकों को प्राइवेटाइज करना इसका ਸਰਕਾਰ सोल्यूशन ਨਹੀਂ ਧਿਆਨ ਦੇ ਰਹੀ ਇਸ ਪਾਸੇ, नहीं दे रही ध्यान सर इस पर। ਫੈਸਲੇ ਇਸ ਤਰ੍ਹਾਂ ਦੇ ਜਿਹੜੇ ਕਰ ਰਹੇ ਨੇ ਇਹਦੇ ਨਾਲ ਜੇ ਕੋਈ ਤੁਸੀਂ ਮੈਨੇ ਪੈਸੇ ਰੱਖਣੇ ਨੇ ਬੈਂਕ 'ਚ ਲੋਕ ਵਿਸ਼ਵਾਸ ਕਰ ਸਕਦੇ ਨੇ ਕਿ सर प्राइवेट सेक्टर बैंक का आप पहले भी हाल देख चुके हो, येस बैंक हो गया, पंजाब एंड महाराष्ट्र बैंक हो गया, उनका क्या हाल है सारे देश की जनता को पता है। अगर ये सारे बैंक प्राइवेटाइज हो गए तो जनता का पैसा कहाँ सुरक्षित रहेगा, ये बहुत बड़ा सवाल है सर। ਤੁਸੀਂ ਆ ਦੇਖੋ ਕਿ ਇੱਕ ਬੜਾ ਸੋਹਣਾ ਇਹਨਾਂ ਨੇ ਆਪਦੇ ਹੱਥ ਨਾਲ ਬਣਾਇਆ ਹੈ, ਸੇ ਨੋ टू मोदीनोमिक्स। ਇਹ ਕੀ ਮਤਲਬ ਕੀ ਹੈ ਇਹਦਾ मोदीनोमिक्स? आपको पता ही है बैंकों ने हमेशा गवर्नमेंट को सपोर्ट किया। जब लॉकडाउन हुआ उस टाइम पे हमने हर जी जान की बाजी लगा दी। इतने ही बैंकर्स मरे हैं, कितने ही बैंकर्स को कोरोना पॉजिटिव हुआ, लाइफ उजड़ गई लोगों की, उसके बावजूद भी हमने अपनी सेवाएं दी है। मेडिकल लाइन के बाद जो सबसे ज़्यादा सेक्टर इम्पैक्ट हुआ था वो बैंकिंग सेक्टर था, क्योंकि हम अपने फ़र्ज से पीछे नहीं हटे। हमने डिमोनेटाइजेशन में यहाँ पे लंबी लंबी लाइनें, इतना एजिटेशन लोगों का, उसको हमने फेस किया। उसके बावजूद भी हमने अपनी सर्विसेज को बदस्तूर जारी रखा। उसके बावजूद हमारे को ये एहसान फरामोशी की जा रही है हमारे साथ कि हमारे को एक प्राइवेट सेक्टर को, प्राइवेट कॉरपोरेट को दे दिया जा रहा है, जिसके अभी 1.5 लाख करोड़, माइंडेड 1.5 लाख करोड़ राइट ऑफ हुआ है बैंकों से। गरीब आदमी एनपीए नहीं करता, कॉरपोरेट एनपीए करते हैं। और जब हम गरीब आदमी को सपोर्ट कर रहे हैं, गाँवों में ब्रांचें खोल रहे हैं, निचार ब्रांच, चितकुल ब्रांच, ऐसी हिमाचल की रूरल ब्रांच है। जो चितकुल देश का आखिरी गांव, वहाँ पे किसी प्राइवेट सेक्टर की ब्रांच क्यों नहीं है? सरकारी बैंक की ब्रांच क्यों है? सरकारी बैंक की ब्रांच इसलिए है क्योंकि हम देश सेवा में लगे हुए हैं। उसके बावजूद हमारे साथ अन्याय हो रहा है। उसी लोग आम जनता पे किस तरह का इफेक्ट देखते हैं? अगर जैसे आज कोई पैसा रखने जाता है तो मेरी प्रायोरिटी ये होती है कि मैं किसी सरकारी संस्था में रखूं, क्योंकि कल को अगर वो डूब जाती है, कोई पैसा लेके भाग जाता है, तो उसमें कहीं ना कहीं मुझे पैसा मेरा सुरक्षित रहेगा, या मैं विश्वास करता हूँ। कल को ये विश्वास बन पाएगा? कैसे बन पाएगा साहब? इतने एग्जाम्पल आपके सामने हैं। पीएमसी बैंक और येस बैंक, प्राइवेट बैंक में सबसे बड़ा बैंक, केरला के मंदिर का करीब 1500-2000 करोड़ उसमें पड़ा था, जो कि ब्लॉक हो गया येस बैंक डूबने से। उसके बाद उन्होंने बाद में स्टेट बैंक में शिफ्ट किया। इस तरीके से प्राइवेट बैंकों में जनता के पैसे की कोई गारंटी नहीं है। आपको एक एग्जांपल बताता हूँ, कर्नाटका का एग्जांपल, महाराष्ट्र का एग्जांपल है। गरीब किसान अपनी एफडी कराने आया, उसकी इंश्योरेंस पॉलिसी कर दी धोखे से प्राइवेट बैंक ने। अगले साल उसको फ़ोन कर रहे हैं कि 20,000 रुपये जमा नहीं कराए तो आपकी ये पिछले जो इंश्योरेंस पॉलिसी लैप्स हो जाएगी, 20,000 रुपये आपके ख़त्म हो जाएंगे। जो एफडी कराने आ रहा है उसको इंश्योरेंस में घुसा रहे हैं। हमने कभी किसी को मिस सेलिंग नहीं किया। सरकारी बैंक में आप एक बच्चे को भी भेज दोगे कि एफडी कराया तो भी वो एफडी ही होगी। हम थर्ड पार्टी प्रोडक्ट्स ऐसे नहीं बेचते। लोगों का विश्वास हम पे है। आप पूरे हिमाचल, हरियाणा, पंजाब जाके देखो, कोई बंदा कहेगा मैं पैसा कहाँ रखना है, सरकारी बैंक में रखना है। क्यों? सेफ है जी, हमें पता है ये सरकार हमारा ख्याल रखेगी। ਤੁਸੀਂ ਦੇਖੋ ਕਿ ਬਿਲਕੁਲ ਇਹਨਾਂ ਦੀ ਗੱਲਾਂ ਜੇ ਕਹੀਏ ਕਿ ਚੁਭਮੀਆਂ ਨੇ ਸਰਕਾਰ ਵਾਸਤੇ, ਪਰ ਉਹਦੇ ਵਿੱਚ ਉਹ ਭਮਕ ਪੈਂਦੀ ਆ ਕਿ ਆਖਰ ਜਦੋਂ ਕੱਲ ਨੂੰ ਜੋ ਸਰਕਾਰੀ ਬੈਂਕਾਂ ਨਹੀਂ ਰਹਿਣਗੀਆਂ ਤਾਂ ਲੋਕ ਜਾਣਗੇ ਕਿੱਥੇ, ਪੈਸਾ ਸੁਰੱਖਿਅਤ ਆਪਦਾ ਕਿਵੇਂ ਸਮਝਣਗੇ। ਕਿਉਂਕਿ ਜਿਹੜਾ ਗੱਲਾਂ ਜਿਸ ਤਰ੍ਹਾਂ ਦੇ ਖੁਲਾਸੇ ਕਰ ਰਹੇ ਨੇ ਤਾਂ ਉਦੋਂ ਬਾਅਦ ਤਸਵੀਰ ਇਹ ਬਣਦੀ ਆ ਕਿ ਲਗਾਤਾਰ ਤੁਸੀਂ ਦੇਖੋ ਬੈਂਕਰਸ ਕਈ ਦਿਨਾਂ ਤੋਂ ਇਸ ਤਰ੍ਹਾਂ ਦੀਆਂ ਤਸਵੀਰਾਂ ਦੇਖਣ ਨੂੰ ਮਿਲ ਰਹੀਆਂ ਨੇ। ਇਹ ਕਹਿੰਦੇ ਠੀਕ ਹੈ ਐਸੀ ਤਾਂ ਨੌਕਰੀਆਂ ਕਰ ਲੀਆਂ ਨੇ, ਜਿੰਨੇ ਲੱਗੇ ਹੋਏ ਨੇ ਉਹਨਾਂ ਨੂੰ ਹਟਾਊ ਕੋਈ ਨਹੀਂ, ਸਰਕਾਰ ਨੇ ਇੰਸ਼ੋਰੈਂਸ ਇਹਨਾਂ ਨੂੰ ਦੇਤੀ ਆ, ਪਰ ਕਹਿੰਦੇ ਜਿਹੜਾ ਸਿੱਧੇ ਤੌਰ ਤੇ ਰੌਲਾ ਪੈਣਾ ਉਹ ਆਮ ਲੋਕਾਂ ਵਾਸਤੇ ਵੱਡਾ ਖਤਰਾ ਹੈ, ਬੈਂਕਰਸ ਵਾਸਤੇ ਉੱਡਾ ਵੱਡਾ ਖਤਰਾ ਨਹੀਂ ਹੈਗਾ। ਕਿਉਂਕਿ ਬੇਸ਼ੱਕ ਅੱਜ ਗੱਲ ਨਿੱਜੀਕਰਨ ਦੀ ਚੱਲ ਰਹੀ ਆ, ਪਰ ਨਿੱਜੀਕਰਨ ਦੇ ਬਾਵਜੂਦ ਜਿਹੜੇ ਹਾਲਾਤ ਬਣੇ ਨੇ ਉਹ ਕੋਈ ਬਾਹਲੇ ਸੌਖੇ ਹਾਲਾਤ ਨਹੀਂ। ਵੱਡਾ ਖਤਰਾ ਅੱਜ ਦੇਸ਼ ਤੇ ਮੰਡਰਾ ਰਿਹਾ ਹੈ। ਇਹ ਕਹਿੰਦੇ ਜੇ ਬੈਂਕਾਂ ਨੂੰ ਪ੍ਰਾਈਵੇਟ ਹੈ ਜਿਹੜਾ ਉਹ ਕੀਤਾ ਜਾਂਦਾ, ਤਾਈਓ ਕਰਕੇ ਇਸ ਤਰ੍ਹਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਲਗਾਤਾਰ ਸਾਹਮਣੇ ਆ ਰਹੀਆਂ ਨੇਗੀਆਂ। ਗੱਲ ਹੋਰ ਬੈਂਕਰਸ ਦੇ ਨਾਲ ਵੀ ਕਰਦੇ ਆ ਕਿ ਆਖਰ
ਕਾਰਨ ਕੀ ਆ, ਪਬਲਿਕ ਨੂੰ ਕੀ ਨੁਕਸਾਨ ਹੈ? ਤੁਸੀਂ ਤਾਂ ਦੱਸਤਾ ਕਿ ਕੀ ਫਾਇਦਾ ਕੀ ਨੁਕਸਾਨ ਹੋਣਾ, ਪਰ ਪਬਲਿਕ ਦਾ ਕੀ ਨੁਕਸਾਨ ਹੈ? ਸਿੱਧੇ ਤੌਰ ਤੇ ਇੰਟਰਸਟ ਪਬਲਿਕ ਦਾ ਕੀ ਹੈ ਇਹਦੇ 'ਚ? ਹੜਤਾਲ ਦਾ ਅਸਰ ਜੇ ਦੇਖਿਆ ਜਾਵੇ 2 ਦਿਨ ਦਾ ਕਿਉਂਕਿ ਰੱਖਿਆ, ਹੜਤਾਲ ਦਾ ਅਸਰ ਕੀ ਦੇਖਦੇ ਹੋ ਤੁਸੀਂ? 2 ਦਿਨ ਦੀ ਤੁਸੀਂ ਅਨਾਉਂਸ ਕਰਤੀ ਆ, ਸਰਕਾਰ ਦੇ ਕੋਈ ਜੂੰ ਸਰਕ ਰਹੀ ਹੈ ਕਿ ਨਹੀਂ? ਕਿਉਂਕਿ 1 ਦਿਨ ਪਹਿਲਾਂ ਵੀ ਤੁਸੀਂ ਪ੍ਰੋਟੈਸਟ ਕਰਿਆ, ਉਸ ਤੋਂ ਬਾਅਦ ਦੇ ਵਿੱਚ ਫਿਰ ਤੁਸੀਂ ਕਾਲ ਦਿੱਤੀ ਆ। ਦੇਖੋ ਸਰਕਾਰ ਦੇ ਉੱਤੇ ਇਹਦਾ ਇਫੈਕਟ ਪੱਕਾ ਹੈਗਾ, ਕਿਉਂਕਿ ਪਹਿਲੀ ਵਾਰੀ ਜਦੋਂ ਅਸੀਂ ਡਿਮੋਨਸਟ੍ਰੇਸ਼ਨ ਕੀਤੀ ਉਹ ਜੇ ਦੂਜੇ ਹੀ ਦਿਨ ਪ੍ਰਾਈਮ ਮਿਨਿਸਟਰ ਨੇ ਡਿਫਰੈਂਟ ਰੈਲੀਜ਼ ਦੇ ਵਿੱਚ ਇਹਨੂੰ ਜਸਟੀਫਾਈ ਕਰਨ ਦੀ ਕੋਸ਼ਿਸ਼ ਕੀਤੀ। ਭਾਰਤ ਦੇ ਪ੍ਰਧਾਨ ਮੰਤਰੀ ਪਹਿਲੇ ਦਿਨ ਹੀ ਅਗਰ ਮਾਰਕੀਟ 'ਚ ਆ ਗਏ ਔਰ ਉਹਨੂੰ ਜਸਟੀਫਾਈ ਕਰਦੇ ਆ, ਇਹਦਾ ਮਤਲਬ ਇਫੈਕਟ ਤਾਂ ਹੈ। ਪਰ ਅਸਲ ਦੇਖਿਆ ਜਾਵੇ ਪਬਲਿਕ ਤੇ ਕਿੱਡਾ ਵੱਡਾ ਅਸਰ ਪੈਣ ਵਾਲਾ ਹੈਗਾ, ਕਿਉਂਕਿ ਲੋਕ ਇਹ ਸੋਚਦੇ ਨੇ ਜਦੋਂ ਤੁਸੀਂ ਪ੍ਰੋਟੈਸਟ ਕਰਦੇ ਹੋ ਕਿ ਇਹ ਆਪਣੀ ਮੰਗਾਂ ਨੂੰ ਲੈ ਕੇ ਕਰ ਰਹੇ ਨੇ ਜਾਂ ਸਾਡੇ ਤੇ ਵੀ ਕੋਈ ਅਸਰ ਹੈਗਾ। ਮੇਨ ਸਰਕਾਰੀ ਬੈਂਕਾਂ ਦੇ ਤੇ ਪ੍ਰਾਈਵੇਟ ਸੈਕਟਰ ਦਾ ਲੋਕਾਂ ਨੂੰ ਫਰਕ ਜਿਆਦਾ ਪਤਾ ਹੈ, ਪਰ ਸਿੱਧੇ ਤੌਰ ਤੇ ਅਸਰ ਕੀ ਪਏਗਾ ਜੇ ਟੈਕਨੀਕਲ ਆਪਾਂ ਦੇਖੋ ਸਿੱਧੇ ਤੌਰ ਤੇ ਇਹ ਹੈਗਾ ਹੈ ਕਿ ਅੱਜ ਅਗਰ ਜਿਹੜਾ ਸਰਕਾਰੀ ਬੈਂਕ ਹੈ ਇਹਦੇ ਵਿੱਚ ਐਨਪੀਏ ਵੱਧ ਵੀ ਜਾਣ ਤਾਂ ਵੀ ਸਰਕਾਰ ਦੀ ਜ਼ਿੰਮੇਵਾਰੀ ਹੈ ਬੈਂਕ ਦੇ ਵਿੱਚ ਜਿਹੜਾ ਵੀ ਪੈਸਾ ਜਮ੍ਹਾਂ ਹੈਗਾ ਉਹਨਾਂ ਬੰਦਿਆਂ ਨੂੰ ਉਸ ਪੈਸੇ ਨੂੰ ਮਿਲੇ, ਸਾਰਾ ਕੁਝ ਹੋਵੇ ਜਾਂ ਦੂਜੇ ਬੈਂਕ 'ਚ ਮਰਜ ਕਰਨ ਜਾਂ ਕੁਝ ਵੀ ਕਰਨ, ਤੇ ਉਹਨਾਂ ਦੀ ਰਿਸਪੌਂਸਿਬਿਲਟੀ ਸਰਕਾਰ ਦੀ ਹੈ, ਬਿਕੋਜ਼ ਇਹ ਸਰਕਾਰੀ ਬੈਂਕ ਹੈ। ਜਦੋਂ ਤੱਕ ਅਗਰ ਇਹ ਪ੍ਰਾਈਵੇਟ ਬੈਂਕ ਹੋ ਜਾਏਗਾ ਤਾਂ ਸਰਕਾਰ ਦੀ ਜ਼ਿੰਮੇਵਾਰੀ ਖਤਮ। ਅੱਜ ਅਗਰ 100 ਰੁਪਈਆ ਉਹਦੇ ਵਿੱਚ ਜਮ੍ਹਾਂ ਹੈਗਾ ਔਰ ਲੋਨ ਵੀ 100 ਰੁਪਇਆ ਅਸੀਂ ਦੇ ਦਿੱਤਾ ਜਾਂ 80 ਰੁਪਏ ਦੇ ਦਿੱਤੇ, 80 'ਚ 50 ਰੁਪਏ ਡੁੱਬ ਗਏ ਤੇ 50 ਰੁਪਏ ਤੁਹਾਡੇ 100 ਦੇ ਤਾਂ 50 ਵੈਸੇ ਹੀ ਰਹਿ ਗਏ, ਤੇ ਜਿਹੜਾ ਪਬਲਿਕ ਦਾ ਪੈਸਾ ਜਮ੍ਹਾਂ ਹੈਗਾ ਉਹ ਕਿਦੋਂ ਵਾਪਸ ਮਿਲਣਾ ਜਦ ਲੋਨ ਹੀ ਨਹੀਂ ਵਾਪਸ ਮਿਲਣਗੇ? ਸਰਕਾਰ ਨੂੰ ਕੀ ਫਾਇਦਾ ਦਿਖ ਰਿਹਾ ਜਿਹੜਾ ਉਹ ਐਡਾ ਵੱਡਾ ਸਟੈਪ ਲੈਣ ਜਾ ਰਹੇ ਨੇ? ਇੰਨਾ ਜ਼ਿਆਦਾ ਰੌਲਾ ਸੀ, ਪੂਰਾ ਸਿਸਟਮ ਹਿੱਲਣ ਵਾਲੀ ਕਹਾਣੀ ਹੈ। ਸਰਕਾਰ ਦਾ ਫਾਇਦਾ ਇਹ ਹੈਗਾ, ਸਰਕਾਰ ਨੂੰ ਅੱਜ ਬਜਟ ਪੂਰਾ ਕਰਨ ਲਈ ਪੈਸੇ ਚਾਹੀਦੇ, 2 ਲੱਖ ਕਰੋੜ ਰੁਪਏ ਚਾਹੀਦਾ। ਉਹਨਾਂ ਨੂੰ ਇਹ ਦਿਸਦਾ ਕਿ ਬੈਂਕਾਂ ਦੇ ਸ਼ੇਅਰ ਮਾਰਕੀਟ 'ਚ ਬੜੇ ਉੱਚੇ ਉੱਚੇ ਉਛਲ ਰਹੇ ਨੇ, ਤਾਂ ਕਿਉਂ ਨਾ ਇਹਨਾਂ ਨੂੰ ਵੇਚ ਕੇ ਆਪਣੇ ਪੈਸੇ ਬਾਹਰ ਕੱਢ ਲਓ। ਆਪਣੇ 2 ਲੱਖ ਕਰੋੜ ਰੁਪਏ ਸਾਨੂੰ ਚਾਹੀਦਾ, ਬਜਟ ਪੂਰਾ ਕਰੋ, ਬਾਕੀ ਜੋ ਹੋਏਗਾ ਬਾਅਦ 'ਚ ਦੇਖਾਂਗੇ। ਯਾਨੀ ਕਿ ਸਰਕਾਰ ਉਹ ਲੋਕਾਂ ਦੀ ਜਿਨ੍ਹਾਂ ਦੇ ਵਸਤੀ ਕੱਢਣਾ ਅਸਲੀ ਬਜਟ, ਉਹਦੀ ਚਿੰਤਾ ਕੋਈ ਹੈ ਨਾ, ਉਹਨਾਂ ਦੀ ਅਗਰ ਚਿੰਤਾ ਹੁੰਦੀ ਤਾਂ ਉਹਨੂੰ ਪ੍ਰਾਈਵੇਟਾਈਜ਼ ਕਰਨ ਦੀ ਲੋੜ ਹੀ ਨਹੀਂ ਸੀਗੀ। ਹੁਣ ਜਦੋਂ ਐਡਾ ਵੱਡਾ ਜੇ ਕਹੀਏ ਇਫੈਕਟ ਪੈਣ ਲੱਗਿਆ ਹੈਗਾ, ਹੁਣ ਦੂਜੇ ਪਾਸੇ ਕਿਸਾਨ ਅੰਦੋਲਨ ਚੱਲ ਰਿਹਾ ਹੈ, ਇੱਕ ਪਾਸੇ ਤੁਹਾਡੀ ਬੈਂਕਰ ਦੀ ਸਟ੍ਰਾਈਕ ਆ ਗਈ, ਜਾਂ ਕਹੀਏ ਕਿ ਰੋਜ਼ ਤਾਂ ਲਗਾਤਾਰ ਚੱਲ ਹੀ ਰਿਹਾ, ਸਟ੍ਰਾਈਕ ਖਤਮ ਕਰ ਦੂੰਗੇ ਫਿਰ ਵੀ ਚੱਲੂਗਾ। ਕਿਤੇ ਕਿਤੇ ਦੇਖਦੇ ਨਹੀਂ ਕਿ 2 ਵੱਡੇ ਧੜਿਆਂ ਨੂੰ ਛੇੜ ਰਹੀ ਹੈ ਸਰਕਾਰ, ਤੇ ਉਹ ਇਹ ਸੋਚ ਵਿਚਾਰ ਬਿਲਕੁਲ ਨਹੀਂ ਹੈਗਾ ਕਿ ਇਹਦਾ ਅਸਰ ਕਿੰਨਾ ਬੁਰਾ ਹੋਊਗਾ। ਦੇਖੋ ਇਹ ਚੀਜ਼ਾਂ ਨੂੰ ਸਾਡੇ ਲਈ ਤਾਂ ਕਹਿਣਾ ਔਖਾ ਹੈ, ਬਟ ਇਹ ਚੀਜ਼ ਸਰਟਨਲੀ ਸਰਕਾਰ ਵੀ ਇੱਕ ਪੋਲੀਟੀਕਲ ਪਾਰਟੀ ਦੀ ਹੈ। ਪੋਲੀਟੀਕਲ ਪਾਰਟੀ ਵੀ ਹਰੇਕ ਚੀਜ਼ ਤੇ ਨਿਗਾਹ ਰੱਖਦੀ ਹੈ ਕਿ ਇਹਦਾ ਕੀ ਇਫੈਕਟ ਹੈਗਾ, ਕੀ ਇਫੈਕਟ ਨਹੀਂ ਹੈਗਾ। ਇਹ ਉਹਨਾਂ ਨੂੰ ਲੱਗਦਾ ਹੋਏਗਾ, ਜਾਂ ਤਾਂ ਅੱਜ ਲੱਗਦਾ ਹੈਗਾ ਕਿ ਇਹ ਪ੍ਰੀ ਮੈਚੁਰ ਹੈਗਾ, ਇਹ 2 ਦਿਨ 4 ਦਿਨ ਬੋਲਣਗੇ ਬਾਹਰ ਬਹਿ ਜਾਣਗੇ, ਜਾਂ ਉਹਨਾਂ ਨੂੰ ਲੱਗਦਾ ਅਗਰ ਉਹਦਾ ਇਫੈਕਟ ਹੈਗਾ ਤਾਂ ਸਰਟਨਲੀ ਜਿੱਦਾਂ ਅਸੀਂ FRDI ਬਿੱਲ ਦੇ ਵਿੱਚ ਪਿੱਛੇ ਇਹਨਾਂ ਨੇ 2019 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਸੀ, ਉਸ ਬਿੱਲ 'ਚ ਵੀ ਕੀ ਸੀਗਾ ਕਿ ਅਗਰ ਬੈਂਕ ਲਾਸ 'ਚ ਆ ਜਾਏਗਾ, ਜਿਹੜਾ ਤੁਹਾਡਾ ਬੈਂਕਾਂ 'ਚ FDR ਪਿਆ ਹੋਇਆ ਅਸੀਂ ਉਸ 'ਚ ਪੈਸੇ ਕੱਟ ਲਾਂਗੇ। ਜਦੋਂ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਿਆ, ਜਦ ਅਸੀਂ ਦੱਸਿਆ ਐਜੀਟੇਸ਼ਨਾਂ ਕਰਕੇ, ਜਦੋਂ ਉਹਨਾਂ ਨੂੰ ਦੱਸਿਆ, ਉਹਨਾਂ ਨੂੰ ਪਤਾ ਲੱਗਿਆ, ਸਾਰੇ ਪਬਲਿਕ ਨੇ ਜਦ ਰੇਜ਼ ਕਰਨਾ ਸ਼ੁਰੂ ਕਰਤਾ ਤਾਂ ਸਰਕਾਰ ਨੂੰ ਡਰਾਪ ਕਰਤਾ। ਅੱਜ ਵੀ ਅਗਰ ਇਸ ਚੀਜ਼ ਨੂੰ ਅਸੀਂ ਆਮ ਪਬਲਿਕ ਨੂੰ ਤੁਹਾਡੇ ਰਾਹੀਂ ਅਗਰ ਪਹੁੰਚਾਉਂਦੇ ਹਾਂ, ਲੋਕਾਂ ਨੂੰ ਪਤਾ ਲੱਗਦਾ ਹੈ ਕਿ ਇਹਦਾ ਕੀ ਨੁਕਸਾਨ ਹੋਏਗਾ, ਇਹਦਾ ਸਾਡੇ 'ਤੇ ਕੀ ਇਫੈਕਟ ਹੈ। ਕੱਲ੍ਹ ਨੂੰ ਜਿਹੜਾ ਲੱਖਾਂ ਕਰੋੜ ਰੁਪਇਆ ਅਗਰ ਬੈਂਕਾਂ 'ਚ ਜਮ੍ਹਾਂ ਹੈਗਾ, ਬੈਂਕ ਪ੍ਰਾਈਵੇਟਾਈਜ਼ ਹੋ ਗਏ, ਬੈਂਕ ਦਾ ਪੈਸਾ ਅਗਰ 4 ਲੋਨ ਡੁੱਬ ਗਏ ਤਾਂ ਉਹਦੀ ਜ਼ਿੰਮੇਵਾਰੀ ਲੋਨ ਤਾਂ ਦੇਣਾ ਹੀ ਪੈਣਾ, ਕਿਉਂਕਿ ਲੋਨ ਬਗੈਰ ਦਿੱਤੇ ਵਿਆਜ ਕਿੱਥੋਂ ਦੇਣਾ? ਜਦ ਲੋਨ ਦੇਣਾ ਹੀ ਹੈ ਔਰ ਲੋਨ ਡੁੱਬ ਗਿਆ ਤਾਂ ਉਹਦੀ ਸੇਫਟੀ ਕੀ ਹੈ? ਉਹ ਪੈਸਾ ਜਿਹੜਾ ਡੁੱਬ ਗਿਆ ਤਾਂ ਨੈਚੁਰਲ ਲੋਕਾਂ ਦੇ ਪੈਸੇ ਡੁੱਬ ਜਾਣਗੇ। ਲੋਕ ਵਿਸ਼ਵਾਸ ਕਿਤੇ ਕਰਨਗੇ? ਜਿਹੜੀ ਤਸਵੀਰ ਤੁਸੀਂ ਦਿਖਾਤੀ ਉਹਦੇ ਹਿਸਾਬ ਦੇ ਨਾਲ ਤਾਂ ਬੈਂਕਾਂ 'ਚ ਵੀ ਪੈਸਾ ਸੁਰੱਖਿਅਤ ਹੈ ਨਹੀਂਗਾ, ਕਿਉਂਕਿ ਜੇ ਸਰਕਾਰ ਆਪਦੇ ਤੁਹਾਡੇ ਵਾਲੀ ਗੱਲ ਨਹੀਂ ਮੰਨਦੀ ਹੈਗੀ ਤਾਂ ਫਿਰ ਆਖਰ ਲੋਕ ਜਾਣਗੇ ਕਿੱਥੇ? ਤਾਂ ਮੈਂ ਕਹਿ ਰਿਹਾ ਲੋਕਾਂ ਨੂੰ ਅੱਜ ਦੀ ਡੇਟ 'ਚ ਇਹ ਸਮਝਣਾ ਪਏਗਾ, ਖੜਾ ਹੋਣਾ ਪਏਗਾ ਕਿ ਅਸੀਂ ਬੈਂਕਾਂ ਦੇ ਪ੍ਰਾਈਵੇਟਾਈਜੇਸ਼ਨ ਨੂੰ ਨਹੀਂ ਮੰਨਦੇ, ਸਰਕਾਰ ਨੂੰ ਨਹੀਂ ਕਰਨਾ ਚਾਹੀਦਾ। ਅਗਰ ਲੋਕੀ ਇਸ ਚੀਜ਼ 'ਤੇ ਖੜਾ ਹੋ ਜਾਣ, ਮੀਡੀਆ ਪ੍ਰੈਸ ਸਾਰੇ ਚੀਜ਼ਾਂ ਦੇ ਉੱਤੇ ਸਾਡੀ ਸਪੋਰਟ ਕਰਦੀ ਹੈ, ਤੇ ਸਰਕਾਰ ਨੂੰ ਵੀ ਵੋਟ ਚਾਹੀਦੀ ਹੈ। ਪੋਲਿਟਿਕਸ ਦੇ ਵਿੱਚ ਹਰੇਕ ਬੰਦੇ ਨੂੰ ਸਰਵਾਈਵ ਕਰਨ ਲਈ ਨਾਲ ਸਾਰਿਆਂ ਨੂੰ ਨਾਲ ਲੈ ਕੇ ਚੱਲਣਾ ਪੈਂਦਾ। ਜਦ ਆਮ ਪਬਲਿਕ ਉਸ ਚੀਜ਼ ਦੇ ਖਿਲਾਫ ਹੋਏਗੀ ਤਾਂ ਡੈਫੀਨੇਟਲੀ ਸਰਕਾਰ ਵੀ ਮੰਨੇਗੀ, ਕਿਉਂ ਨਹੀਂ ਮੰਨੇਗੀ? ਅੱਜ ਸਰਕਾਰ ਦਾ ਸਿਰਫ ਇੱਕੋ ध्यੇय ਪੈਸਾ, ਫਿਰ ਪੈਸਾ ਕਿਸੇ ਹੋਰ ਪਾਸੇ ਦੇਖਣਗੇ, ਇਸ ਪਾਸੇ ਛੱਡ ਦੇਣਗੇ। ਇੱਕ ਚੀਜ਼ ਹੋਰ ਦੱਸੋ, ਜਦੋਂ ਐਡਾ ਵੱਡਾ ਐਜੀਟੇਸ਼ਨ ਖੜਾ ਕਰ ਲਿਆ, ਕਿਸਾਨਾਂ ਨਾਲ ਕੋਈ ਤਾਲਮੇਲ ਬਣਾ ਰਹੇ ਹੋ ਕਿ ਹੁਣ ਤਾਂ ਉੱਡਾ ਦਾ ਕਿਸਾਨਾਂ ਦੇ ਨਾਲ ਹਜੇ ਕੋਈ ਤਾਲਮੇਲ ਨਹੀਂ ਹੈ। ਸਾਡੀ ਸਹਾਨੂਭੂਤੀ ਬਿਲਕੁਲ ਹੈਗੀ ਹੈ, ਲੇਕਿਨ ਸਾਡਾ ਆਫੀਸ਼ੀਅਲ ਤੌਰ ਦੇ ਉੱਤੇ ਕੋਈ ਕਨੈਕਸ਼ਨ ਨਹੀਂ ਹੈ। ਸਾਡੇ ਫਾਈਨੈਂਸ਼ੀਅਲ ਸੈਕਟਰ ਦੀ ਹੈਗੀ ਹੈ, ਜਿਹੜਾ ਇੰਸ਼ੋਰੈਂਸ ਕੰਪਨੀਆਂ ਕਰ ਰਹੀਆਂ, ਜਾਂ ਸਾਡਾ ਮੇਨਲੀ ਬੈਂਕਿੰਗ ਸੈਕਟਰ ਦੇ ਵਿੱਚ ਹੈਗਾ ਕਿ ਬੈਂਕਾਂ ਨੂੰ ਵੇਚਣ ਦਾ ਸਿੱਧਾ ਇੰਪੈਕਟ ਇੱਕ ਆਮ ਆਦਮੀ ਤੇ ਆਏਗਾ, ਜਿਹਨੇ ਜ਼ਿੰਦਗੀ ਭਰ ਕਮਾਈ ਕਰਕੇ 5 ਲੱਖ ਰੁਪਈਆ ਆਪਣੇ ਵਿਚਾਰੇ ਨੇ ਪ੍ਰੋਵੀਡੈਂਟ ਫੰਡ ਬੈਂਕ 'ਚ ਜਮ੍ਹਾਂ ਕੀਤਾ ਹੈ, ਔਰ ਇਹ ਸੋਚ ਕੇ ਕਿ ਮੈਨੂੰ 2-4 ਹਜ਼ਾਰ ਰੁਪਏ ਮਹੀਨਾ ਵਿਆਜ ਮਿਲ ਜੂਗਾ, ਮੈਂ ਰੋਟੀ ਖਾ ਲਾਂਗਾ, ਔਰ ਕੱਲ੍ਹ ਨੂੰ ਅਗਰ 5 ਲੱਖ ਵੀ ਡੁੱਬ ਗਿਆ ਤਾਂ ਉਹ ਵਿਚਾਰਾ ਰੋਟੀ ਕਿੱਥੋਂ ਖਾਊਗਾ? ਵਿਚਾਰਾ ਕਿਸੇ ਨੇ ਵਿਆਹ ਕਰਨਾ ਬੱਚਿਆਂ ਦਾ, ਕਿਸੇ ਨੇ ਐਜੂਕੇਸ਼ਨ ਵਾਲੇ ਪੈਸੇ ਇਕੱਠਾ ਕੀਤਾ ਹੈ, ਜੇ ਉਹ ਪੈਸਾ ਹੀ ਡੁੱਬ ਗਿਆ ਜਾਂ ਬੈਂਕ ਡੁੱਬ ਗਿਆ ਤਾਂ ਕਿਤੇ ਤੁਸੀਂ ਰੋਜ਼ ਦੇਖਦੇ ਨਹੀਂ ਹੋ ਪੰਜਾਬ ਮਹਾਰਾਸ਼ਟਰ ਸਟੇਟ ਕੋਆਪਰੇਟਿਵ ਬੈਂਕ, ਯੈਸ ਬੈਂਕ, ਕਿੱਦਾਂ ਲੋਕੀ ਪਲੇਟਾਂ ਲੈ ਕੇ ਬਾਹਰ ਖੜੇ ਹੈ। ਮੈਂ ਡਾਇਲਿਸਿਸ ਕਰਾਉਣਾ ਸੀਗਾ, ਪੈਸੇ ਨਹੀਂ ਹੈ, ਕਿ ਖਾਤੇ 'ਚ ਤਾਂ ਲੱਖਾਂ ਰੁਪਏ ਪਿਆ, ਲੇਕਿਨ ਪੈਸੇ ਕਢਾਉਣ ਵਾਸਤੇ 1 ਰੁਪਈਆ ਵੀ ਨਹੀਂ ਹੈਗਾ। ਤੇ ਉਹ ਹਾਲਾਤ ਨਾ ਆਉਣ, ਇਸ ਕਰਕੇ ਅਸੀਂ ਇਹ ਮੁਜ਼ਾਹਰਾ ਕਰ ਰਹੇ ਹਾਂ ਕਿ ਪਬਲਿਕ ਨੂੰ ਇਸ ਨਾਲ ਸਮਝਣਾ ਚਾਹੀਦਾ ਹੈ ਕਿ ਇਹ ਜਿਹੜੀ ਚੀਜ਼ ਹੈ, ਸਾਨੂੰ ਤਾਂ ਸਰਕਾਰ ਕਹੇਗੀ ਕਿ ਅਗਰ ਪ੍ਰਾਈਵੇਟਾਈਜ਼ ਹੋਣ ਕਿ ਤੁਸੀਂ ਰਿਟਰਨ 'ਚ ਨਹੀਂ ਹੋਗੇ, ਸਾਡੀ ਨੌਕਰੀ ਨੂੰ ਕੁਝ ਨਹੀਂ ਹੋਣ ਲੱਗਿਆ, ਅੱਗੇ ਤੁਹਾਨੂੰ ਦੂਜੇ ਪਾਸੇ ਉਹ ਕਰ ਦੇਣਗੇ, ਉਹਨੂੰ ਤੁਹਾਡੀਆਂ ਨੌਕਰੀਆਂ ਪੂਰੀਆਂ ਯੈਸ ਸਾਡੀ ਤਾਂ ਨੌਕਰੀ ਰਹਿਣਗੀਆਂ, ਲੇਕਿਨ ਕੱਲ ਨੂੰ ਤੁਹਾਡੇ ਬੱਚੇ ਨੇ ਜਿਹੜੇ ਆਉਣਾ ਸੀਗਾ, ਜਿਹੜੇ ਅੱਜ ਪਬਲਿਕ ਸੈਕਟਰ ਬੈਂਕ ਰੋਜ਼ ਨੌਕਰੀਆਂ ਦੇਈ ਜਾਂਦੇ, ਪ੍ਰਾਈਵੇਟ ਸੈਕਟਰ ਨੇ ਥੋੜ੍ਹਾ ਨਾ ਦੇਣੀ ਹੈ।
ਕੱਲ ਨੂੰ ਜਿਹੜਾ ਤੁਹਾਡਾ ਪੈਸਾ ਜਮ੍ਹਾਂ ਹੈਗਾ ਅੱਜ ਜਿਹੜੇ ਸੇਫਟੀ ਲਈ ਅਸੀਂ ਲੜ ਰਹੇ ਹਾਂ, ਤੁਹਾਨੂੰ ਅਗਾਹ ਕਰ ਰਹੇ ਹਾਂ, ਕੱਲ ਨੂੰ ਅਗਰ ਪਬਲਿਕ ਅਗਾਹ ਨਹੀਂ ਹੋਈ ਤਾਂ ਉਹਨਾਂ ਬੈਂਕਾਂ ਦੇ ਵਿੱਚ ਕੱਲ ਨੂੰ ਪੈਸਾ ਡੁੱਬੇਗਾ ਤਾਂ ਜ਼ਿੰਮੇਵਾਰੀ ਕਿਹਦੀ ਹੈ? ਇਹ ਸਲਾਹਾਂ ਦੇ ਕੌਣ ਰਿਹਾ ਮੋਦੀ ਨੂੰ ਵੈਸੇ ਇਹ ਜੀਆਂ ਹਰੇਕ ਨਾਲ ਪੰਗਾ ਲੈਣਾ? ਇਹ ਤਾਂ ਕੁਝ ਨਹੀਂ ਕਹਿ ਸਕਦੇ। ਬਿਲਕੁਲ ਅਸਲ ਜੇ ਕਹੀਏ ਕਿ ਇਹ ਹਾਸੀ ਦੇ ਵਿੱਚ ਕਸਿਆ ਤੰਜ ਕਿਹਾ ਜਾ ਸਕਦਾ, ਬਹੁਤ ਵੱਡੀ ਚੁਭਨ ਹੈ ਜੇ ਲੋਕ ਇਹ ਗੱਲ ਨੂੰ ਸਮਝਣ, ਕਿਉਂਕਿ ਜਦੋਂ ਹੁਣ ਬੈਂਕਾਂ ਦੇ ਇਸ ਤਰ੍ਹਾਂ ਦੇ ਹਾਲਾਤ ਦਿਖ ਰਹੇ ਨੇ, ਇਹ ਲੋਕ ਬੈਂਕਾਂ ਦੇ ਭੇਦ ਖੋਲ ਕੇ ਸਾਹਮਣੇ ਸਿੱਟੀ ਜਾ ਰਹੇ ਨੇ ਕਿ ਆਖਰ ਤੁਹਾਡਾ ਪੈਸਾ ਬਈ ਹੁਣ ਸੁਰੱਖਿਅਤ ਰਹੂਗਾ ਕਿਵੇਂ। ਸਰਕਾਰ ਦੂਜੇ ਪਾਸੇ ਹੋ ਜਾ ਕੋਈ ਇਹ ਸ਼ੀਸ਼ਾ ਨਹੀਂ ਦਿਖਾ ਪਾ ਰਹੀ ਹੈਗੀ ਕਿ ਜਿਹਦੇ ਵਿੱਚ ਤੁਸੀਂ ਵਿਸ਼ਵਾਸ ਕਰ ਸਕੋ ਕਿ ਨਹੀਂ ਕੋਈ ਗੱਲ ਨਹੀਂ ਹੈਗੀ, ਪੈਸਾ ਸਾਡਾ ਪਿਆ, ਇਹ ਲੋਕ ਸਿਰਫ ਆਪਣੀਆਂ ਮੰਗਾਂ ਨੂੰ ਲੈ ਕੇ ਕਰ ਰਹੇ ਨੇ। ਪਰ ਸਵਾਲ ਇਹ ਖੜਾ ਹੁੰਦਾ ਕਿ ਦੋ ਸੈਕਟਰ ਕਿਸਾਨ ਅੰਦੋਲਨ ਕਰ ਰਹੇ ਨੇ ਸੜਕਾਂ ਤੇ, ਉਹ ਕਹਿੰਦੇ ਕੱਲ੍ਹ ਨੂੰ ਲੋਕ ਤੁਹਾਨੂੰ ਚੀਜ਼ਾਂ ਮਹਿੰਗੀਆਂ ਮਿਲਣ ਲੱਗ ਜਾਣਗੀਆਂ। ਬੈਂਕਰਜ਼ ਸੜਕਾਂ ਤੇ ਕਹਿੰਦੇ ਤੁਹਾਡਾ ਪੈਸਾ ਸੁਰੱਖਿਅਤ ਨਹੀਂ। ਤਾਂ ਆਖਰਕਾਰ ਇਹ ਪੂਰਾ ਸਿਸਟਮ ਜਦੋਂ ਹਿੱਲੂਗਾ, ਕੀ ਤੁਹਾਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੇ ਹਾਲਾਤਾਂ ਦੇ ਵਿੱਚ ਜਦੋਂ ਸਰਕਾਰਾਂ ਇਸ ਤਰ੍ਹਾਂ ਦੇ ਫੈਸਲੇ ਲੈ ਰਹੀਆਂ ਨੇ ਤਾਂ ਲੋਕ ਖੁਦ ਨੂੰ ਸੁਰੱਖਿਅਤ ਕਿਹੜੇ ਪਾਸਿਓਂ ਸਮਝਣਗੇ? ਕਿ ਸਿਰਫ ਇੰਨਾ ਕਿ ਪੁਲਿਸ ਤੁਹਾਡੀ ਸੁਰੱਖਿਆ ਵਾਸਤੇ ਖੜੀ ਆ ਪਰ ਆਰਥਿਕ ਤੌਰ ਤੇ ਤੁਸੀਂ ਟੁੱਟੋਗੇ, ਇਹਦੀ ਸੁਰੱਖਿਆ ਦਾ ਸਵਾਲ ਵੱਡਾ ਅੱਜ ਖੜਾ ਹੁੰਦਾ ਹੈ ਕਿ ਆਖਰਕਾਰ ਬੈਂਕਰਜ਼ ਜਿਸ ਤਰ੍ਹਾਂ ਦੇ ਨਾਲ ਸੜਕਾਂ ਤੇ ਉਤਰ ਰਹੇ ਨੇ, ਕਿਸਾਨ ਸੜਕਾਂ ਦੇ ਉੱਤੇ ਉਤਰ ਰਹੇ ਨੇ, ਤਾਂ ਸਰਕਾਰ ਦੇ ਫੈਸਲੇ ਸ਼ਾਇਦ ਗੱਲ ਉਹੀ ਆ ਜਾਂਦੀ ਹੈ ਕਿ ਅਜਿਹੀਆਂ ਸਲਾਹਾਂ ਦੇ ਕੌਣ ਰਿਹਾ ਹੈ। ਵੀਡੀਓ ਜਰਨਲਿਸਟ ਆਨੰਦ ਦੇ ਨਾਲ ਸਮਿਤ ਸਿੰਘ, ਡੇਲੀ ਪੋਸਟ ਪੰਜਾਬੀ, ਚੰਡੀਗੜ੍ਹ।